अस्सलाम वालेकुम नाज़रीन, चाचा पीज़ा शो ਦੇ ਇੱਕ ਨਵੇਂ ਐਪੀਸੋਡ ਦੇ ਨਾਲ ਤੁਹਾਡੀ ਖਿਦਮਤ 'ਚ ਹਾਂ ਇਮਰਾਨ ਮਲਿਕ ਤੇ ਮੇਰੇ ਨਾਲ ਨੇ ਚਾਚਾ ਜੀ। नाजरीन अस्सलाम वालेकुम, की हाल चाल है? ठीक ठाक हो, खैर खैरियत है? तो अज भी मैंने चाचा जी कहता अज मैं 1000 रुपए का खजाबे राही ला के तेरे नाल कलमा चिट्टियां बड़ियां ਆਵਾਮ ਨੂੰ ਸ਼ੌਕ ਖਾਂਦੇ ਚਾਚਾ ਜੀ ਤੇ ਉਹ ਕਹਿੰਦੇ ਨਹੀਂ ਚਾਚਾ ਜੀ ਦਾ ਤੁਸੀਂ ਗੈਟਅਪ ਚਾਚਾ ਜੀ ਵਾਲਾ ਕਰੋ। अच्छा जी, ਤੇ ਅਸੀਂ ਮੈਂ ਉਹਨਾਂ ਨੂੰ ਕਿਹਾ ਜੀ ਇਨਸ਼ਾਅੱਲਾ ਮਾਰਚ मार्च च जनाब मैं दाढ़ी अपनी रखनी, मेरी दाढ़ी च इमरान साहब एक वाल चिट्टा ने, अच्छा। काला नहीं, काला। मैं लोगों के सामने कह रहा। ਅੱਛਾ हाँ जी, ਤੇ ਫਿਰ ਮੈਂ ਕਿਹਾ ਜੀ ਪ੍ਰੋਪਰ ਚਾਚਾ ਜੀ ਪੱਗ ਸ਼ੇਕ ਪਾ ਕੇ ਆਪਣੇ वाह नहीं वो जिस तरह मुछा शुछा बना के सोहनिया है। ਠੀਕ ਹੈ चलो जी करांगे इंशाल्लाह, चौनी ਤੇ ਬਾਕੀ PSL ਸ਼ੁਰੂ ਹੋਣ ਵਾਲਾ ਹੈ। ਉਸ ਤੋਂ ਪਹਿਲੇ ਪਾਕਿਸਤਾਨ ਸਾਊਥ ਅਫਰੀਕਾ T20 सीरीज जारी है। हाँ जी, पाकिस्तान ने अपना कल पहला मैच जीते है। बिल्कुल पाकिस्तान मैच जीते है, पाकिस्तानी अवाम बहुत खुश हो कि साउथ अफ्रीका ने पहला मैच जिताया है। लाहौर के अवाम बहुत खुश सन लेकिन बहुत ज़्यादा परेशान भी सन। हुण तुसीं कहोगे परेशान क्यों सन? ते अमाज साहब एक शादी के फंक्शन दा वापस आ रहे सन। वो जनाब परेशान इस वास्ते सन कि ट्रैफिक इहो जिहा जैम होया जनाब। अच्छा ਜ਼ਾਹਿਰ ਹੈ ਉਹਨਾਂ ਨੇ ਸਿਕਿਉਰਿਟੀ ਪੁਆਇੰਟ ਵਾਸਤੇ ਜਿਹੜੀ ਮੈਨੇਜਮੈਂਟ ਹੈ, ਪੁਲਿਸ ਜਾਂ ਜੋ ਵੀ ਡਿਪਾਰਟਮੈਂਟ ਹੁੰਦੇ ਨੇ ਉਹਨਾਂ ਨੂੰ ਠੀਕ ਕੀਤਾ ਸੀ, ਕਵਰ ਕੀਤਾ ਸੀ, ਰੱਖੇ ਸਨ ਕੰਟੇਨਰ ਜਗ੍ਹਾ ਜਗ੍ਹਾ ਤੇ। अच्छा ਉਹ ਜਨਾਬ ਤੇ ਫਿਰ ਸਾਡੀ ਆਵਾਮ ਤੁਹਾਨੂੰ ਪਤਾ ਸਬਰ ਹੀ ਨਹੀਂ ਹੈਗਾ, ठीक ਗੱਡੀਆਂ ਇੱਧਰ ਦੀਆਂ ਇੱਧਰ ਤੇ ਇੱਧਰ ਦੀਆਂ ਇੱਧਰ। ਉਹ ਕੱਲ ਮੈਂ फॉलो नहीं ना करते। ਲੈਣ ਸਰ ਸਾਡਾ ਨਾ ਲੈਣ ਦੇਣ ਨਹੀਂ ਠੀਕ। ਇਹ ਸਾਰੀ ਦੁਨੀਆ ਕਹਿੰਦੀ ਵੀ ਪਾਕਿਸਤਾਨ ਆਪਣੀ ਲੈਣ ਦੇਣ ਠੀਕ ਕਰ ਲੈਣ ਨਾ। हाँ लाइन सीधी कर ले। ਲਾਈਨ ਸਿੱਧੀ ਕਰੋ, ਤੁਸੀਂ ਆਪਣੀ ਲਾਈਨ 'ਚ ਤੁਰੇ ਜਾਓ, ਭਾਵੇਂ 1.5 ਲੱਖ ਗੱਡੀ ਇਕੱਠੀ ਹੋਈ ਹੈ। ਲਾਈਨ ਤੇ ਚੱਲ ਰਹੀ ਆ ਸਾਨੂੰ ਨਹੀਂ ਨਾ ਲਾਈਨ ਤੇ ਤੁਰਿਆ ਜਾਂਦਾ। ਅਸੀਂ ਵਿੱਚੋਂ ਨਾ ਸਾਡੀ ਤਬੀਅਤ 'ਚ ਪਤਾ ਨਹੀਂ ਕਾਹਲੀ ਬੜੀ ਹੈ, ਅਸੀਂ ਐਵੇਂ ਇੱਧਰ ਵੜ ਜਾਂਦੇ ਇੱਧਰ ਵੜ ਜਾਂਦੇ। ਉਹ ਜਦੋਂ ਇੱਧਰ ਵੜਦੇ ਆ ਉਦੋਂ ਹੀ ਜਨਾਬ ਉਹ ਵੜ ਜਾਂਦੀ ਪੂਰੀ ਆਵਾਮ ਤੋਂ। ਤੇ ਜਨਾਬ ਸਿਰਫ ਐਵੇਂ ਥੋੜੀ ਜਿਹੀ ਸ਼ੋਖੀ ਕਰਨ ਦੇ ਚੱਕਰ 'ਚ ਅਸੀਂ ਆਪਣਾ 3-3 4-4 ਘੰਟੇ ਜ਼ਾਇਆ ਕਰ ਦਿੰਦੇ। ਵਾਹ ਇਸ ਤਰ੍ਹਾਂ ਹੀ ਗੱਲ ਹੈ। ਉਹ ਰਾਤੀ ਵੀ ਇੰਝ ਹੋਇਆ। ਅੱਛਾ। ਉਹ ਜਨਾਬ ਉੱਥੇ ਉੱਤੋਂ ਮੌਸਮ ਵੀ ਥੋੜਾ ਜਿਹਾ ਹੋਣਾ, ਥੋੜਾ ਗਰਮੀ ਆ ਗਈ ਰਾਤੀ ਇਮਰਾਨ ਸਾਹਿਬ 10 ਵਜ ਗਏ ਸਨ। ਦੇਖੇ ਨਾ ਮੌਸਮ ਤੋਂ ਥੋੜੀ ਉਹ ਠੰਡਕ ਨਹੀਂ ਰਹੀ ਸੀ, ਥੋੜੀ ਗਰਮੀ ਉੱਤੋਂ ਮਿਜ਼ਾਜ 'ਚ ਗਰਮੀ ਹੋਈ ਸੀ ਕਿ ਯਾਰ ਕਿੱਥੇ ਨਾਲ ਸੀ ਚਾਚੀ ਤੇਰੀ ਰਹਿਣ ਨਾਲ ਦੀ ਸੀਟ ਤੇ ਬੈਠੀ ਸੀ। ਅੱਛਾ। ਉੱਤੋਂ ਜਨਾਬ ਉਹ ਇੱਕ ਲੱਛੇ ਵਾਲਾ ਆ ਗਿਆ। ਅੱਛਾ ਉਹ ਕਹਿੰਦਾ ਜੀ ਆਹ ਲੱਛੇ ਮੈਂ ਹੁਣ ਅਵਾਇਡ ਕਰੀ ਜਾਵਾਂ ਵੀ ਲੱਛੇ, ਹੁਣ ਮੈਂ ਕਿਹੜੇ ਇੱਥੇ ਲੱਛੇ ਲੈ ਕੇ ਅੱਛਾ ਉਹ ਪਤਾ ਨਹੀਂ ਅੱਜ ਕੱਲ੍ਹ ਕਾਟਨ ਕੈਂਡੀ ਕਹਿੰਦੇ ਜੀ। cotton ਹਾਂਜੀ, ਪਹਿਲਾਂ ਤਾਂ ਮੈਨੂੰ ਸਮਝ ਨਹੀਂ ਆਈ। ਅੱਛਾ ਉਹ ਕਹਿੰਦਾ ਜੀ ਲੱਛੇ ਮੈਂ ਕਿਹਾ ਮੈਂ ਇੱਧਰ ਨੂੰ ਕਰ ਲਿਆ। ਉਹ ਬੱਚੇ ਕਹਿਣ ਲੱਛੇ ਦਿਓ। ਉਹ ਤੇਰੀ ਚਾਚੀ ਕਹਿੰਦੀ ਤੁਹਾਡੀਆਂ ਲੱਛੇਦਾਰ ਗੱਲਾਂ ਨਹੀਂ ਸਾਨੂੰ ਸੁਝਾ ਦਿੰਦੇ ਤੁਸੀਂ। ਉਹ ਚਾਚੀ ਨੇ ਨਾ ਜੁਗਲ ਲਈ ਆਪਣੇ ਜੂਤਾਂ ਨਾਲ ਲਾ ਪਈ। ਅੱਛਾ ਉਹ ਜਨਾਬ ਫਿਰ ਉਹਨਾਂ ਲੱਛੇ ਲੈ ਕੇ ਉੱਤੇ ਮੈਂ ਕਿਹਾ ਲੈ ਦੇਣਾ ਲੱਛੇ। ਅੱਛਾ ਜਹਾਜ਼ ਹੁਣ ਚੜ੍ਹ ਲੱਗ ਰਿਹਾ। ਮੈਂ ਕਿਹਾ ਲੱਛੇ ਤੈਨੂੰ ਲੈ ਦਿੰਦੇ ਆ, ਤੂੰ ਸਭ ਥੋੜਾ ਜਿਹਾ ਮੇਰੇ ਕੱਛੇ ਤੇ ਹੱਥ ਪਾ ਲਿਆ, ਤੈਨੂੰ ਲੱਛੇ ਤੈਨੂੰ ਲੈ ਦਿੰਦੇ ਆ, ਕੀ ਹੋ ਗਿਆ? ਅੱਛਾ ਉਹ ਜਨਾਬ ਲੱਛੇ ਲੁੱਛੇ ਲੈ ਗਏ ਤੇ ਹੋਰ ਫਿਰ ਇੱਕ ਬੰਦਾ ਆ ਗਿਆ। ਅੱਛਾ। ਉਹ ਚਿਪਸ ਲੈ ਕੇ ਆ ਗਿਆ, ਪਤਾ ਨਹੀਂ ਕੀ। ਮੈਂ ਕਿਹਾ ਇੱਥੇ ਪਿਕਨਿਕ ਹੀ ਸ਼ੁਰੂ ਹੋ ਗਈ ਹੈ। ਅੱਛਾ। ਘਰ ਪਹੁੰਚਣਾ, ਹੁਣੀ ਸ਼ਾਦੀ ਤੋਂ ਆਏ ਆ, ਯਾਨੀ ਸਭ ਕੁਝ ਖਾ ਕੇ। ਪਾਕਿਸਤਾਨ ਮੈਚ ਜਿੱਤੇ ਤੇ ਉਹਦੇ ਹਾਂ ਸੈਲੀਬ੍ਰੇਸ਼ਨ ਤੇ ਹੋ ਰਹੀ ਸੀ, ਲੇਕਿਨ ਅਸੀਂ ਖੁਸ਼ ਹਾਂ ਇਮਰਾਨ ਸਾਹਿਬ ਫੇਰ ਵੀ। ਇਹ ਥੋੜੀ ਜਿਹੀ ਤਕਲੀਫ ਜਿਹੜੀ ਸਾਨੂੰ ਹੋਈ ਹੈ ਰਾਤੀ ਆਵਾਮ ਨੂੰ, ਉਹਦੇ ਇਹ ਵੀ ਦੇਖਣਾ ਕਿ ਪਾਕਿਸਤਾਨ ਦੇ ਵਿੱਚ ਟੀਮਾਂ ਆਣੀਆਂ ਸ਼ੁਰੂ ਹੋਣ, ਇਮੇਜ ਬਿਲਟਅਪ ਹੋਵੇ ਸਾਡਾ, ਔਰ ਮੁਆਸ਼ਰੇ 'ਚ ਸਾਡਾ ਕਿ ਉਸੇ ਤਰ੍ਹਾਂ ਦਾ ਮੁਕਾਮ ਹੋ ਜਾਏ ਜਿਸ ਜਲਦ ਇਹ ਕਰੋਨਾ ਤੋਂ ਫਰ ਹੋ ਜਾਏ। ਹਾਂਜੀ। ਤੇ ਫਿਰ ਕਰੋਨਾ ਭਰਨ ਫਿਰ ਆਮ ਜਾਏ ਜ਼ਰਾ ਵਿਰਾਸਤ ਕਿੰਨਾ ਮਜ਼ਾ ਹੁੰਦਾ ਸੀ, ਗਰਾਊਂਡਾਂ 'ਚ ਬੈਠੇ ਲੋਕ। ਸਿਟੀ ਮਾਰੀ ਤੁਸੀਂ ਸਿਟੀ ਮੈਂ ਸ਼ੁਰੂ ਚ ਮਾਰ ਦੇਣਾ ਹੋਣਾ ਸੀ। ਹਾਂ ਹੁਣ ਨਹੀਂ ਵੱਜਦੀ। ਹੁਣ ਮੈਂ ਸਿਟੀ ਮਾਰਨ ਲੱਗ ਜਾਣਾ। ਅੱਛਾ। ਤੇ ਮੇਰਾ ਹਾਸਾ ਜਿਹਾ ਨਿਕਲ ਜਾਂਦਾ। ਅੱਛਾ। ਇਧਰੋਂ ਉਧਰੋਂ ਹਵਾਵਾਂ ਨਿਕਲ ਜਾਂਦੀਆਂ, ਕੁਛ ਤੇ ਮੂੰਹ ਚੋਂ ਨਿਕਲਦੀਆਂ। ਤੇ ਹਾਂਜੀ ਤੇ ਚਾਚਾ ਜੀ ਹੁਣ ਨਾ ਦੇਖੋ ਬੰਦੇ ਦੇ ਖੁਸ਼ੀ ਦੀ ਲਮਾਤ ਥੋੜੀ ਰਹਿ ਗਏ ਨੇ। ਸ਼ਾਦੀ ਅਟੈਂਡ ਕੀਤੀ ਉਹ ਵੀ ਇੱਕ ਅੱਛਾ ਲਮਾਤ। ਹਾਂ ਜੀ ਢੋਲਕੀ ਡਾਂਸ ਨੂੰ ਹੋਇਆ। ਮੈਂ ਕਹਿੰਦਾ ਰਾਤੀ ਬੜਾ ਜਨਾਬ ਮੁੰਡਿਆਂ ਨੇ ਅੱਜ ਕੱਲ੍ਹ ਉਹ ਥੀਮ ਬੈਂਡਿੰਗ ਬੜਾ ਸਹੀ ਚੱਲ ਗਿਆ ਜੀ। ਉਹ ਰਾਤੀ ਉੱਥੇ ਸੀ, ਮੈਂ ਰਾਤ ਦਾ ਸੂਟ ਪਾਇਆ, ਕਾਲੇ ਕੱਪੜੇ ਸਨ। ਅੱਛਾ। ਉੱਤੇ ਅਜਰਕ ਲੈਣੀ ਸੀ, ਮੇਰੇ ਕੋਲ ਅਜਰਕ ਤੇ ਕੋਈ ਨਹੀਂ ਸੀ, ਮੈਂ ਉੱਤੇ ਚਾਦਰ ਹੀ ਲਾ ਕੇ ਚਲਾ ਗਿਆ। ਅੱਛਾ ਜੀ। ਮੁੰਡਿਆਂ ਨੇ ਨਹੀਂ, ਅਜਰਕਾਂ ਬੜੇ ਸੋਹਣੇ ਲੱਗਣ ਅੱਛਾ। ਦੇ, ਉਹ ਰਲ ਕੇ ਡਾਂਸ ਡੂੰਸ ਉਹਨਾਂ ਨੇ ਕੀਤਾ। ਅੱਛਾ। ਇੱਕ ਵਕਤ ਆਇਆ ਉਹਨਾਂ ਨੇ ਅਜਰਕਾਂ ਲਾਤੀਆਂ ਤੇ ਉਂਝ ਡਾਂਸ ਕਰਨਾ। ਉਹ ਮੈਂ ਪਹਿਲਾਂ ਸਮਝਿਆ ਕਿ ਉੱਥੇ ਮਜਲਿਸ ਹੋਣ ਲੱਗੀ ਹੋਵੇ ਕਾਲੇ ਸੂਟ ਪਾ ਕੇ। ਤੇ ਲੇਕਿਨ ਉਹ ਥੀਮ ਅੱਜ ਕੱਲ੍ਹ ਬੜਾ ਸੀਨ ਚੱਲ ਰਿਹਾ। ਠੀਕ ਹੈ ਠੀਕ ਹੈ। ਅੱਛਾ ਜੀ ਇਹ ਤੁਸੀਂ ਮੌਸਮ ਦੀ ਗੱਲ ਕੀਤੀ ਤੇ ਮੌਸਮ ਅਸੀਂ ਹਮੇਸ਼ਾ ਪਹਿਲੇ ਮਾਪਦੇ ਹੁੰਦੇ ਸੀ ਮੁਖਤਲਿਫ ਇਵੈਂਟਸ ਦੇ ਨਾਲ। ਹਾਂ ਕਿ ਜੀ ਬਸੰਤ ਪਾਲਾ ਉੜਨ, ਓਏ ਹੋਏ ਹੋਏ ਕਿ ਠੰਡ ਜਾਣ ਲੱਗੀ ਹੈ, ਬਸੰਤ ਆ ਗਈ ਹੈ।
ਚਾਹੇ ਨਾਜ਼ੀ ਅਸੀਂ ਗੱਲ ਕਰਨੇ ਬਸੰਤ ਤੇ ਹਾਏ ਹਾਏ ਇਹ ਬਸੰਤ ਨਾਲ ਸਾਡੀਆਂ ਬਹੁਤ ਨਾਜ਼ੀ ਇੰਤਜ਼ਾਰ ਹੁੰਦਾ ਯਾਰ ਪੂਰਾ ਸਾਲ ਇੰਤਜ਼ਾਰ ਇਮਰਾਨ ਸਾਹਿਬ ਇਹ ਅੱਜ ਦੀ ਜਿਹੜੀ ਕੌਮ ਹੈ ਨਾ ਨੌਜਵਾਨ ਨਸਲ ਇਹਨਾਂ ਨੂੰ ਉਹਦੀ ਫੈਂਟਸੀ ਦਾ ਪਤਾ ਹੀ ਨਹੀਂ ਬਸੰਤ ਕੀ ਚੀਜ਼ ਸੀ ਇੱਕ ਸਾਲ ਪੂਰਾ ਇੰਤਜ਼ਾਰ ਓਏ ਕਰਦੇ ਓਏ ਇਮਰਾਨ ਸਾਹਿਬ ਇਹ ਮੌਸਮ ਚ ਜਦੋਂ ਹਲਕੀ ਹਲਕੀ ਹਵਾ ਚੱਲਦੀ ਹੈ ਕਰਨਾ ਨਹੀਂ ਕਿੱਥੇ ਜਾ ਰਹੇ ਉਹ ਡੋਰਾ ਲਵਾਉਣ ਜਾ ਰਹੇ ਆ ਹਾਂਜੀ ਪਿੱਲੇ ਅੱਛਾ ਇਹਨਾਂ ਆਵਾਮ ਨੂੰ ਇਹ ਵੀ ਨਹੀਂ ਪਤਾ ਹੋਣਾ ਛੋਟੇ ਮੋਟਿਆਂ ਨੂੰ ਕਿ ਡੋਰਾ ਲੱਗਦੀ ਹੈ ਕਿਸ ਤਰ੍ਹਾਂ ਉਹ ਇੱਥੋਂ ਲੈ ਕੇ ਕੋਈ 1.5 ਕਿਲੋਮੀਟਰ ਤੱਕ ਉਹ ਡੋਰਾ ਬੰਦਾ ਤੁਰਿਆ ਜਾ ਰਿਹਾ ਇਧਰੋਂ ਹਨਾ ਉਹ ਉੱਥੋਂ ਤੱਕ ਜਾਂਦਾ ਹੈ ਉੱਥੋਂ ਫਿਰ ਮਤਲਬ ਤਕਰੀਬਨ ਉਹ ਨਾਜ਼ਰੀਨ ਕੋਈ ਅੱਧਾ ਕਿਲੋਮੀਟਰ ਦਾ ਤੇ ਉਹ ਆਇਆ ਹੋਣਾ ਹੈ ਜਿੱਥੇ ਡੋਰਾ ਲੱਗੀਆਂ ਹੁੰਦੀਆਂ ਸਨ ਉਹ ਬੰਦਾ ਐਸਾ ਤੁਰ ਕੇ ਉੱਥੋਂ ਤੱਕ ਜਾਂਦਾ ਹੈ ਉੱਥੋਂ ਫਿਰ ਤੁਰ ਕੇ ਸਪੈਸ਼ਲ ਡਰੈਸ ਸਵਾਣੇ ਮੈਂ ਕਹਿੰਦਾ ਜਨਾਬ ਫਿਰ ਕੁੜੀਆਂ ਨੇ ਪੀਲੇ ਕੱਪੜੇ ਸਵਾਉਣੇ ਠੀਕ ਹੈ ਛੱਤਾਂ ਤੇ ਤਿਆਰੀਆਂ ਛੱਤਾਂ ਤੇ ਧੋਣੀਆਂ ਅੱਜ ਕੱਲ੍ਹ ਧੋਂਦੇ ਚੜ੍ਹਦੇ ਹਾਂ ਛੱਤਾਂ ਤੇ ਚੜ੍ਹਦੇ ਕੋਈ ਨਹੀਂ ਛੱਤ ਤੇ ਚੜ੍ਹਦੇ ਪਰ ਲੋਕੀ ਚੜ੍ਹੇ ਛੱਤ ਤੇ ਪਹਿਲਾਂ ਸੋਣਾ ਛੱਤਾਂ ਤੇ ਬਨੇਰੇ ਵੀ ਨਹੀਂ ਸਣਦੇ ਤੇ ਜਨਾਬ ਇੱਕ ਦੂਜੇ ਦੀ ਛੱਤਾਂ ਸਾਂਝੀਆਂ ਹੋਣੀਆਂ ਇੱਧਰ ਉੱਧਰ ਅਸੀਂ ਬੰਦਾ ਟੱਪਾ ਮਸ਼ਹੂਰ ਨਹੀਂ ਜਾਂਦੇ ਸਰ ਜੀ ਅਸੀਂ ਕੀ ਕਰਨਾ ਹੈ ਅਸੀਂ ਉੱਥੇ ਕਈ ਕਦਾਂ ਤੋਂ ਟੱਪ ਟਪਾ ਕੇ ਕਿਤੇ ਤੇ ਕਿਤੇ ਨਹੀਂ ਜਾਣਾ ਤੇ ਉਦੋਂ ਕੋਈ ਇਤਰਾਜ਼ ਵੀ ਨਹੀਂ ਸੀ ਕਰਦਾ ਐਵੇਂ ਉਹ ਘਰ ਦੀ ਜਿਹੜੀ ਵੱਡੀ ਮਾਈ ਆ ਬਾਬਾ ਦਾ ਉਹਨੇ ਦੋ ਗਾਲਾਂ ਕੱਢਣੀਆਂ ਜਿਹੜੀ ਦਰਵਾਜ਼ਾ ਨੌਕ ਹੋਣਾ ਨਹੀਂ ਕੀ ਕਰਨਾ ਉਹਨੇ ਛੱਤ ਤੇ ਗੁੱਡੀ ਅੜੀ ਦਾ ਛੱਤ ਤੇ ਕਬੂਤਰ ਆਇਆ ਗੁੱਡੀ ਆਈ ਹੈ ਤੇ ਵਿਰਾਸ ਸਾਹਿਬ ਮੁੰਡਿਆਂ ਨੇ ਗਿੱਠਾਂ ਕਰਨੀਆਂ ਡੋਰਾ ਉਦੋਂ ਗਿੱਠਾਂ ਤੁਸੀਂ ਕਰਦੇ ਉਹ ਗਿੱਠਾਂ ਤੋਂ ਗੱਲ ਤੁਹਾਡੀ ਗੱਲ ਤੋਂ ਮੈਨੂੰ ਆ ਗਿਆ ਸਾਡੇ ਮਹੱਲੇ 'ਚ ਇੱਕ ਬਾਈ ਸੀ ਤੇ ਉਹ ਮਾਈ ਥੋੜਾ ਜਿਹਾ ਉੱਚਾ ਸੁਣਦੀ ਸੀ ਉਹ ਮੈਂ ਗਿੱਠ ਕਰਨ ਡਿਆ ਸੀ ਕਹਿੰਦੀ ਕੀ ਕਰਨ ਡਿਆ ਮੈਂ ਕਿਹਾ ਮਾਂ ਜੀ ਗਿੱਠ ਕਰਨ ਡਿਆ ਕਹਿੰਦੀ ਗਿੱਠ ਕਰਨ ਡਿਆ ਕਹਿੰਦੀ ਤੂੰ ਕੁੱਕੜ ਉਹ ਮੈਂ ਕਹਿੰਦਾ ਨਹੀਂ ਮਾਂ ਜੀ ਗਿੱਠਾ ਵੇਖੋ ਅੱਛਾ ਉਹ ਅਕਸਰ ਹੀ ਉਹ ਇਹੋ ਜਿਹੀਆਂ ਗੱਲਾਂ ਕਰਦੀ ਸੀ ਗਿੱਠਾਂ ਵੈਸੇ ਗਿੱਠਾਂ ਉੱਥੋਂ ਨਿਕਲੇ ਬੰਦਾ ਗਿੱਠਾਂ ਕਰਦਾ ਐ ਜੇ ਗਿੱਠਾ ਬਾਅਦ ਚ ਮਸ਼ਹੂਰ ਨਹੀਂ ਸੀ ਜਿਹੜਾ ਇੱਕ ਬੰਦਾ ਲੰਬੀਆਂ ਲੰਬੀਆਂ ਗੱਲਾਂ ਉਹ ਭਾਜੀ ਲੰਬੀਆਂ ਲੰਬੀਆਂ ਛੱਡ ਜਾ ਗਿੱਠਾ ਛੋਟੀਆਂ ਛੋਟੀਆਂ ਡੋਰਾਂ ਅਸੀਂ ਇਕੱਠੀਆਂ ਕਰਨੀਆਂ ਲੁੱਟਣੀਆਂ ਡੋਰਾਂ ਵੀ ਲੁੱਟੀਆਂ ਜਾਂਦੀਆਂ ਸਨ ਗੁੱਡੀਆਂ ਵੀ ਲੁੱਟੀਆਂ ਜਾਂਦੀਆਂ ਸਨ ਅੱਛਾ ਇੱਕ ਆਵਾਮ ਹੁੰਦੀ ਸੀ ਜਿਹੜੀ ਗੁੱਡੀਆਂ ਉਡਾਉਂਦੀ ਸੀ ਇੱਕ ਆਵਾਮ ਸਿਰਫ ਲੁਟੇਰੀ ਆਵਾਮ ਹੁੰਦੀ ਸੀ ਉਹ ਬਸੰਤ ਤੋਂ ਅਗਲੇ ਦਿਨ ਬਸੰਤ ਲੰਗੀ ਹੁੰਦੀ ਸੀ ਸਹੀ ਗੱਲ ਕਿਉਂਕਿ ਉਹਨਾਂ ਨੇ ਡੋਰਾਂ ਤੇ ਗੁੱਡੀਆਂ ਉਹਨਾਂ ਨੇ ਲੰਬੀਆਂ ਲੰਬੀਆਂ ਡਾਂਗਾਂ ਬਣਾਈਆਂ ਹੋਈਆਂ ਅੱਗੇ ਛਾਬਾ ਲਾਇਆ ਅੱਗੇ ਉਹਨਾਂ ਨੇ ਨਾ ਉਹ ਕੰਡਿਆਂਦਾਰ ਦਰਖਤ ਦਾ ਲਾ ਕੇ ਨਾ ਉਹ ਝਾਂਬਾ ਨੂੰ ਝਾਂਬਾ ਉਹ ਜਿਹੜਾ ਝਾਂਬੇ ਨਾਲ ਗੁੱਡੀਆਂ ਲੁੱਟ ਲੈਣੀਆਂ ਜਿਹੜੀ ਫੁੱਟਦਾ 50 ਮਿੰਟ ਫੁੱਟਦਾ ਮੈਂ ਕਹਿੰਦਾ ਗੁੱਡੀ ਪੇਛੇ ਚ ਲਾ ਲੈਣਾ ਉਹ ਬੜੀਆਂ ਫਿਰ ਲੜਾਈਆਂ ਵੀ ਹੋਣੀਆਂ ਇੱਕ ਉਹਨਾਂ ਸਭ ਕਾਂਟੀ ਹੁੰਦੀ ਸੀ ਕਾਂਟੀ ਉਹ ਨਾਲ ਜੀ ਨੂੰ ਵੱਟਾ ਜਿਹਾ ਬੰਨ ਕੇ ਨਾ ਪੁਰਾਣੇ ਬੰਦੇ ਨੂੰ ਤਾਂ ਪਤਾ ਹੋਏਗਾ ਨਵਿਆਂ ਨੂੰ ਨਹੀਂ ਪਤਾ ਡੋਰ ਦੇ ਉੱਤੇ ਵੱਟਾ ਬੰਨ ਕੇ ਨਾ ਤੇ ਪੇਚਾ ਜਿਹਾ ਲਾ ਦੇਣਾ ਉੱਤੇ ਕਾਂਟੀ ਮਾਰ ਦੇਣੀ ਔਰ ਲੁਕ ਜਾਣਾ ਲੋਕੀ ਕਹਿੰਦੇ ਕੋਈ ਰਿਸ਼ਤਾ ਹੁੰਦਾ ਪੁਰਾਣੀ ਕਾਂਟੀ ਪਾ ਦਿੱਤੀ ਕਾਂਟੀ ਉੱਥੋਂ ਆਈ ਇਹ ਕਾਂਟੀ ਉੱਥੋਂ ਆਈ ਔਰ ਉਹਦੇ 'ਚ ਵੀ ਲੁਕ ਜਾਣਾ ਤੇ ਇਹ 'ਚ ਵੀ ਲੁਕ ਜਾਂਦੇ ਨੇ ਰਿਸ਼ਤੇ 'ਚ ਕਾਂਟੀ ਪਾ ਕੇ ਲੁਕ ਜਾਂਦੇ ਮੈਂ ਤਾਂ ਅਕਸਰ ਦੇਖਿਆ ਸੀ ਅਸੀਂ ਉਹਨੇ ਕੀਤਾ ਕਿ ਕਾਂਟੀ ਬਣਾ ਕੇ ਗੁੱਡੀ ਉੱਡੀ ਨਾ ਕਾਂਟੀ ਪਾ ਕੇ ਲੁਕ ਗਏ ਉਹਨੂੰ ਜਿਹਦੇ ਕਾਂਟੀ ਪੈ ਗਈ ਸਮਝ ਨਹੀਂ ਆ ਰਹੀ ਕਿ ਕਿੱਥੋਂ ਆਈ ਤੇ ਜੇ ਉਹਨੂੰ ਪਤਾ ਲੱਗ ਜਾਣਾ ਫਿਰ ਉਹਨੇ ਜਨਾਬ ਖਾਤਰ ਖਾ ਇਹ ਕੰਮ ਕਰਨਾ ਅੱਛਾ ਫਿਰ ਮੈਂ ਸਾਹਿਬ ਇਹ ਤਾਂ ਸ਼ੁਰੂ ਦੀ ਪਸੰਦ ਸੀ ਜਦੋਂ ਜੋ ਛੱਤਾਂ ਦੇ ਪੇਚੇ ਹੁੰਦੇ ਸਨ ਪੇਚ ਹੋਣੇ ਕਿ ਆਪਸ ਵਿੱਚ ਲਿਖੇ ਜਾਣੇ ਮੈਂ ਉਹਦੇ 3 ਕੱਟੀਆਂ ਉਹਨੇ 4 ਕੱਟੀਆਂ ਬੜੇ ਮੁਕਾਬਲੇ ਹੋਣੇ ਨਾਲ ਅਗਲੇ ਦਿਨ ਫਿਰ ਕਈ ਜਗ੍ਹਾ ਤੇ ਇਮਰਾਨ ਸਾਹਿਬ ਕੱਪ ਮਿਲਨੇ ਉਹਨਾਂ ਦੇ ਬਕਾਇਦਾ ਕਿ ਇਹ ਜੀ ਜਿੱਤ ਗਏ ਨੇ ਇਸ ਇਲਾਕੇ ਦਾ ਤੇ ਆਵਾਜ਼ ਫਿਰ ਹੋਣਾ ਕਿ ਪੇਜ ਜਾ ਰਿਹਾ ਤੇ ਇੱਕ ਪਤੰਗ ਨਾਲ ਤੁਹਾਡਾ ਪੇਜ ਗਿਆ ਤੇ ਉਹਨੀ 5-5 ਵੀ ਵੜ ਗਿਆ ਜਿਹੜੀਆਂ ਇਹ ਉਹ ਫਿਰ ਕਈ ਐਸੇ ਕਾਰੀਗਰ ਹੋਏ ਸਨ ਕਿ ਭਾਈ ਇਹ ਬੜਾ ਇਹਦਾ ਪੇਚਾ ਕਰਨਾ ਵੀ ਇੱਕ ਬੜੀ ਮਹਾਰਤ ਹੈ ਉਹ ਕਿੱਥੇ ਜਾ ਕੇ ਕਿਸ ਤਰ੍ਹਾਂ ਖਾਣੋਂ ਲਾਣਾ ਜ਼ਿੰਦਗੀ ਖੜੀ ਪੇਚੇ ਤੇ ਹੈ ਹਾਏ 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 ਇਮਰਾਨ ਸਾਹਿਬ ਤੁਸੀਂ ਸਬਬ ਦੀਆਂ ਗੱਲਾਂ ਕਰ ਰਹੇ ਹੋ ਪਹਿਲਾਂ ਤੁਸੀਂ ਕਿਹਾ ਲੈਨ ਸਿੱਧੀ ਕਰੋ ਅੱਜ की जिंदगी पेचे ਤੇ ਖੜੀ ਹੈ पेचस के पेचे पेचे ਤੇ ਇਮਰਾਨ ਸਾਹਿਬ ਦੱਸੋ ਪੇਚਾ ਹੁੰਦਾ ਕੀ ਸਰ ਪੇਚਾ ਨਾਜ਼ਰੀਨ ਆਇਆ ਹੁੰਦਾ ਸੀ ਕਿ ਗੁੱਡੀ ਇੱਕ ਬੰਦੇ ਚ ਇੱਕ ਛੱਤ ਤੋਂ ਇੱਕ ਗੁੱਡੀ ਉੱਡੀ ਇੱਕ ਛੱਤ ਤੋਂ ਦੂਸਰੀ ਇੱਕ ਜਗ੍ਹਾ ਤੇ ਜਾ ਕੇ ਦੋਵਾਂ ਦੀਆਂ ਡੋਰਾਂ ਜਿਹੜੀਆਂ ਨਾ ਫਸ ਗਈਆਂ ਨੇ ਆਪਸ ਵਿੱਚ ਹੁਣ ਉਹ ਗੱਲ ਕਰ ਲਓ ਵਿਆਹ ਹੁੰਦਾ ਪੇਚਾ ਪੈ ਗਿਆ ਨਾ ਪੇਚਾ ਪੈ ਗਿਆ ਉਹਦੇ ਚ ਇੱਕ ਦਾ ਬੋ ਕੱਟ ਹੋਣਾ ਕਿਸੇ ਇੱਕ ਨੇ ਟੱਠਣਾ ਕਿਸੇ ਇੱਕ ਜ਼ਿਆਦਾਤਰ ਇਮਰਾਨ ਟੱਟ ਜਾਂਦਾ ਸੀ ਇਹਨੂੰ ਇੰਨੀ ਗੁੱਡੀ ਨਹੀਂ ਸੀ ਡਾਉਣੀ ਹੁੰਦੀ ਸਹੀ ਕਾਹਦੇ ਮਾਰੀ ਇਮਰਾਨ ਸਾਹਿਬ ਯਾਦ ਜੇ ਇੱਕ ਮੁੰਡਾ ਬੜਾ ਮਸ਼ਹੂਰ ਹੁੰਦਾ ਸੀ ਇੱਕ ਕੰਨੀ ਬੜੀ ਅੱਛੀ ਦਿੰਦਾ ਹਾਂ ਕੰਨੀ ਬੜੀ ਉਹਨੇ ਫੜ ਕੇ ਦਿੰਦਾ ਸੀ ਸਪੈਸ਼ਲ ਬੰਦੇ ਹੁੰਦੇ ਸਨ ਕੰਨੀ ਦੇਣ ਵਾਲੇ ਹਾਂ ਕੰਨੀ ਦੇਣ ਵਾਲੇ ਉਹ ਪੂਰੀ ਫੈਮਿਲੀ ਬੰਦਾ ਜਿਹੜਾ ਥੋੜਾ ਮੱਠਾ ਹੁੰਦਾ ਸੀ ਮੈਂ ਇਹਨੂੰ ਤੂੰ ਕੰਨੀ ਹਾਂ ਤੂੰ ਕੰਨੀ ਉਹ ਗੁੱਡੀ ਫੜ ਕੇ ਲਾਇਆ ਤਾਂ ਦੂਰੋਂ ਜਾ ਕੇ ਉਹਨੇ ਜਾ ਕੇ ਐਂ ਕਰਕੇ ਕੰਨੀ ਦੇਣੀ ਹੈ ਤੇ ਬਾਅਦ ਚ ਗੁੱਡੀ ਚੁੱਕ ਲੈਣੀ ਉਹ ਇਮਰਾਨ ਸਾਹਿਬ ਪਿੰਡਾਂ 'ਚ ਜਿਹੜਾ ਵਾਕਿਆ ਹੁੰਦਾ ਜਿਹੜਾ ਇੱਕ ਮੁੰਡਾ ਕੰਨੀ ਦੇਣ ਜਾਂਦਾ ਉਹ ਸਾਡੇ ਉੱਥੇ ਖੇਤ ਹੁੰਦੇ ਸਨ ਤੇ ਪੈਲੀਆਂ ਨੂੰ ਕਹਿੰਦੇ ਸੀ ਉੱਥੇ ਅਕਸਰ ਜੁਮਿਆਂ ਦੇ ਦਿਨ ਛੁੱਟੀ ਹੁੰਦੀ ਸੀ ਜੁਮਿਆਂ ਦੇ ਪੇਚੇ ਹੋਣੇ ਤੇ ਉਹ ਨਜ਼ਦੀਕ ਪਿੰਡਾਂ ਦੇ ਬੰਦੇ ਨਾ ਆਇਆ ਮੁੰਡੇ ਚੱਲ ਕੋਈ ਕਣੀ ਨਹੀਂ ਜਾ ਉਹਨੇ ਭਾਵੇਂ ਲੰਮੀ ਕਣੀ ਦੇ ਕੇ ਹਾਂ ਲੰਮੀ ਉਹਨੇ ਪਤੰਗ ਫੜਨੀ ਲੰਮੀ ਕਣੀ ਦੇ ਕੇ ਦੂਰ ਜਾਣਾ ਉੱਥੋਂ ਡੋਰ ਕੇ ਗੁੱਡੀ ਦੌੜ ਜਾਣਾ ਗੁੱਡੀ ਤੋੜ ਯਾਨੀ ਅੱਖੀ ਦੇਖੀ ਬਾਤ ਕੀ ਬਾਤ ਹੈ ਅੱਛਾ ਨਾ ਉਹ ਹੱਥ ਮਾਰਨਾ ਹਾਂ ਟਿਕ 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 ਕਰਕੇ ਕਿਸੇ ਹੋਰ ਨਾ ਕੋਈ ਹੱਥ ਮਾਰਨਾ ਤੇ ਹੱਥ ਮਾਰਨਾ ਨਾ
ਉਹ ਬੜਾ ਮਸ਼ਹੂਰ ਹੁੰਦਾ ਸੀ ਨਹੀਂ ਹੈ ਸਾਡੀ ਮਾਂ ਇਹਦੇ 'ਚ ਵੀ ਬੜੀ ਮਸ਼ਹੂਰ ਹੈ। ਜਿਹੜਾ ਗਲਤ ਕੰਮ ਨੇ ਨਾ, ਹੱਥ ਮਾਰਨਾ ਹੈ, ਤੁਸੀਂ ਲੰਘਦੇ ਜਾਂਦੇ ਮੂੰਗਫਲੀ ਲੱਗੀ ਐਵੇਂ ਉਹਦੇ ਹੱਥ ਮਾਰ ਕੇ ਦਾਣੇ ਨਾਲ ਲੈਣੇ, ਦਾਣੇ ਖਾ ਠੀਕ ਹੈ ਨਾ। ਤੇ ਉਹ ਕੀ ਹੋਣਾ, ਕਿਸੇ ਦੀ ਪਤੰਗ ਦੂਰ ਗਈ ਨਾ, ਤੁਸੀਂ ਛੋਟਾ ਜਿਹਾ ਐਵੇਂ ਉਪਾਇਆ ਕੱਢਣਾ ਕਈਆਂ ਉਹਨੂੰ ਚਾਦਰ ਹੱਥ ਮਾਰ ਦੇਣਾ ਐਸਾ, ਉਹਦੀ ਡੋਰ ਵੀ ਪਤੰਗ ਹੋ ਗਈ, ਉਹਦੀ ਐਡੀ ਮਹਿੰਗੀ ਪਤੰਗ ਜਿਹੜੀ ਹੈ। ਤੇ ਉਹਨੇ ਤੁਹਾਨੂੰ ਗੱਲਾਂ ਬਹੁਤ ਸਾਰੀਆਂ ਕੀਤੀਆਂ ਨੇ ਬਸੰਤ ਦੇ ਹਵਾਲੇ ਨਾਲ। ਯਾਰ ਇੱਕ ਗੱਲ ਤਾਂ ਕੀਤੀ ਨਹੀਂ ਬਣਾ ਪਤੰਗਾਂ, ਪਿੰਨੇ, ਇਹ ਚੀਜ਼ਾਂ ਸਾਡੇ ਲਾਹੌਰ 'ਚ ਸਪੈਸ਼ਲੀ ਐਡਾ ਵੱਡਾ ਫੈਸਟੀਵਲ ਹੁੰਦਾ ਸੀ ਕਿ ਪੂਰੀ ਦੁਨੀਆ 'ਚ ਲੋਕ ਆਉਂਦੇ ਸਨ। ਫਲੈਟਾਂ ਸਪੈਸ਼ਲ ਲਾਹੌਰ ਪੈਕ ਹੋ ਜਾਂਦਾ ਸੀ ਸਰ, ਪੂਰਾ ਹੋਟਲਾਂ 'ਚ ਜਗ੍ਹਾ ਨਹੀਂ ਸੀ ਮਿਲਦੀ। ਅੱਛਾ ਮੇਰੇ ਮਾਨਸਾ ਉਹ ਜਿਹੜੀ ਬਸੰਤ ਹੋ ਗਈ ਨਾ, ਪਹਿਲੇ ਤਾਂ ਬਸੰਤ ਸੀ ਕਿ ਗੁੱਡੀਆਂ ਉਡਾਉਣੀਆਂ, ਪੇਚੇ ਹੋਣੇ। ਅਸੀਂ ਕਦੀ ਸ਼ਾਲੀ ਸੈਂਟਰਲ ਲਾਹੌਰ 'ਚ ਜਾ ਰਹੇ ਹਾਂ, ਪਾਰਟੀ ਗੇਟ ਉੱਥੇ ਦੋਸਤਾਂ ਦੀਆਂ ਛੱਤਾਂ, ਇੱਕ ਹਫ਼ਤੇ 'ਚ ਕਸੂਰ ਹੋਣੀ, ਉੱਥੇ ਜਾ ਰਹੇ ਹਾਂ, ਕੁਝ ਨਾਲੇ ਹੋਣੀ, ਉੱਥੇ ਜਾ ਰਹੇ ਹਾਂ। ਤੇ ਉਦੋਂ ਜੀ ਪੇਚੇ ਹੋਣੇ, ਤੁਸੀਂ ਵੇਟ ਕਰਨੇ, ਹੱਥ ਭਾਈ ਨੇ ਤੁਹਾਡੇ ਤੇ, ਉਹ ਫਿਰ ਇੱਕ ਦੂਜੇ ਨੂੰ ਹੱਥ ਆਣੇ, ਉਹ ਫਿਰ ਮੇਰੇ ਕਿੰਨੇ ਜਦੋਂ ਜ਼ਿਆਦਾ ਇਕੱਠੇ ਹੋਣਾ ਉਹ ਆਪਣੇ ਨਾਲ ਬੜਾ ਮਾਹਿਰ ਹੈ ਜੀ। ਮੈਂ ਦੇਖੋ ਬੜੀ ਇੱਕ ਬਸੰਤ ਆਈ, ਉਹ ਬਸੰਤ ਆਈ ਖਾਬੇ ਤੇ ਇੱਕ ਦੂਜੇ ਨਾਲ ਅੱਖਾਂ ਟਕਰਾਉਣੀਆਂ, ਬਸ ਉਹੀ ਛੱਤਾਂ ਵਿਕਣੀਆਂ ਸ਼ੁਰੂ ਹੋ ਗਈਆਂ, ਛੱਤਾਂ ਤੇ ਲੋਕਾਂ ਚੜ੍ਹਨੇ ਸ਼ੁਰੂ ਹੋ ਗਏ, ਤੇ ਉਹ ਜੀ ਉਹ ਕਲਾਇੰਟਾਂ ਵਿੱਚ ਕੁੱਦ ਪਏ, ਉਹ ਜੀ ਬ੍ਰਾਂਡਡ ਬਸੰਤਾਂ ਹੋ ਗਈਆਂ ਸ਼ੁਰੂ। ਤੇ ਮਾਸਾ ਉਹ ਜੀ ਫਿਰ ਕੋਈ 2-3 ਸਿੰਗਰ, ਫਿਰ ਗੁੱਡੀ ਘੱਟ ਉੱਠਦੀ ਸੀ, ਫਿਰ ਇਹ ਰੋਟੀ ਖਾ ਲੋ ਤੇ ਇੱਕ ਦੂਸਰੇ ਨਾਲ ਤਾਕਾ ਝਾਕੀ ਕਰ ਲੋ, ਤੇ ਸਿੰਗਿੰਗ ਸੁਣ ਲੋ। ਜ਼ਿਆਦਾ ਤਾਕਾ ਝਾਕੀ ਪੇਚੇ ਹੁੰਦੇ ਸਨ, ਉਹ ਕੱਟ ਗਏ, ਤੇ ਉਹ ਕਮਰਸ਼ੀਅਲ ਹੋ ਗਈ ਨਾ, ਦੂਜੇ ਪੇਚੇ ਹੋ ਗਏ ਉਹ ਪੇਚੇ, ਔਰ ਉਹਦੇ ਵਿੱਚ ਫਿਰ ਗਾਣੇ ਬਣ ਜਾਣੇ ਬਣਾ ਸਰ। ਮਾਸਾ ਫਿਰ ਸੁਣਿਆ ਸੀ ਉਦੋਂ ਬਸੰਤਾਂ ਦੇ ਲੋਕ ਸ਼ਾਦੀਆਂ ਰੱਖਦੇ ਸਨ ਕਿ ਐਤਕੀ ਬਸੰਤ ਤੇ ਰਿਸ਼ਤਾ ਪਿਆ ਹੋਇਆ, ਹਾਂਜੀ, ਤੇ ਅਗਲੀ ਬਸੰਤ ਤੱਕ ਜੇ ਕਿਸੇ ਨੇ ਹੱਥ ਨਾ ਮਾਰਿਆ ਜੇ ਕਾਟੀ ਨੇ ਪਾਈ, ਜੇ ਕਾਟੀ ਨਾ ਪਾਈ। ਇਮਰਾਨ ਸਾਹਿਬ ਇਹ ਕੁਝ ਇਲਾਕੇ ਹੁਣ ਵੀ ਅੰਦਰੂਨ ਸ਼ਹਿਰ 'ਚ, ਕਿਉਂਕਿ ਬਸੰਤ ਪੁਰਾਣਾ ਤਿਉਹਾਰ ਹੈ ਸਾਡੇ ਪੰਜਾਬ ਦਾ, ਇੱਕ ਤਿਉਹਾਰ ਹੈ ਬਕਾਇਦਾ, ਜਿਸ ਤਰ੍ਹਾਂ ਈਦ ਹੈ, ਜਿਸ ਤਰ੍ਹਾਂ ਸ਼ਬਰਾਤ ਹੈ। ਤੇ ਤੁਹਾਨੂੰ ਯਾਦ ਹੈ ਕਿ ਈਦ ਸ਼ਬਰਾਤ ਤੇ ਜਿੱਥੇ ਕੋਈ ਰਿਸ਼ਤਾ ਹੋਇਆ ਹੁੰਦਾ ਸੀ, ਉੱਥੇ ਉਹਨਾਂ ਨੂੰ ਜਾ ਕੇ ਕੋਈ ਈਦ ਦੇਣ ਜਾਂਦੇ ਸਨ, ਸ਼ਬਰਾਤ ਦੇਣ, ਬਸੰਤ ਵੀ ਦੇਣ ਜਾਂਦੇ ਸਨ, ਬਸੰਤ ਦੇਣਾ ਗੁੱਡੀਆਂ ਤੇ ਜਨਾਬ ਪੂਰਾ ਇੱਕ ਠੀਕ ਹੈ ਨਾ। ਤੇ ਇੱਕ ਤਿਉਹਾਰ ਸੀ ਸਾਡਾ ਜਿਹੜਾ ਕਿ ਹੁਣ ਮਤਲਬ ਉੱਥੇ ਫਿਰ ਗਾਣੇ ਜਿਹੜੇ ਬਣਦੇ ਸਨ, ਉਹ ਚਾਚਾ ਜੀ ਤੁਸੀਂ ਜਵਾਨੀ 'ਚ ਉਦੋਂ ਚਾਚੀ ਤੁਹਾਡੇ ਅਸੀਂ ਗਾਣਾ ਗਾਉਂਦੇ ਹੁੰਦੇ ਸੀ, ਉਦੋਂ ਤੇ ਕਹਿੰਦੇ ਸੀ ਗੁੱਡੀ ਵਾਂਗੂ ਅੱਜ ਮੈਨੂੰ ਸੱਜਣਾ ਉਡਾਈ ਜਾ ਲਓ ਜੀ। ਮੈਂ ਤੇ ਦਸਵਾਨੀ ਲਾਇਆ ਸੀ ਗੁੱਡੀ, ਠੀਕ ਹੈ ਜੀ। ਅੱਜ ਤੇਰੇ ਹੱਥ ਡੋਰ ਸੰਗ ਲੱਗਣਾ ਨਹੀਂ ਜੋ, ਅੱਜ ਤੁਣ ਕੇ ਤੇ ਤੁਣਕਾ ਲਾਈ ਜਾ ਉਡਾਈ। ਇੱਕ ਅਫਸ਼ਾ ਭੱਟ ਇੱਕ ਸਿੰਗਰ ਸੀ, ਔਰ ਇਹ ਗਾਣਾ ਸੁਪਰ ਡੁਪਰ ਹਿੱਟ ਹੋਇਆ ਸੀ ਪੰਜਾਬ 'ਚ। ਉਸ ਤੋਂ ਬਾਅਦ ਬਸੰਤ ਦਾ ਜਿਹੜਾ ਗਾਣਾ ਹਿੱਟ ਹੋਇਆ ਉਹ ਸੀ ਪ੍ਰਿਆ ਪ੍ਰਵੇਸ਼ ਦਾ, ਉਹ ਸੀ ਇਹ ਦਿਲ ਹੁਆ ਵੋ ਕਾਟਾ, ਉਹਨੂੰ ਵੋ ਕਾਟਾ ਗਰਲ ਹੀ ਕਹਿਣ ਲੱਗ ਪਏ ਸਾਰੇ। ਉਸ ਤੋਂ ਬਾਅਦ ਹੀ ਫਿਰ ਦਿਲ ਵੋ ਕਾਟੇ ਹੋਣੇ ਸ਼ੁਰੂ ਹੋ ਗਏ, ਦਿਲ ਵੋ ਕਾਟੇ, ਫਿਰ ਹਾਰਟ ਅਟੈਕ ਹੋਣ ਲੱਗ ਪਏ, ਫਿਰ ਜਿਹੜਾ ਕਾਰਡੀਓਲੋਜੀ ਸੈਂਟਰ ਉਸ ਤੋਂ ਬਾਅਦ ਬਣਿਆ। ਤੇ ਮਾਸਾ ਇਹ ਤੁਹਾਨੂੰ ਯਾਦ ਹੋਣਾ, ਅਕਸਰ ਲੋਕ ਨਾ ਜੀ ਬਸੰਤ ਤੇ ਛੋਟੇ ਹੁੰਦੇ ਸੀ ਤੇ ਸਾਡੀ ਵਾਰੀ ਨਹੀਂ ਆਣੀ ਕਿ ਅਸੀਂ ਪੇਚਾ ਲਾਣਾ, ਤੇ ਅਸੀਂ ਵੀ ਕਹਿੰਦਾ ਡੋਰੇ ਲੁੱਟਣੀਆਂ, ਡੋਰਾ ਲੁੱਟ ਕੇ ਨਾ ਤੇ ਇੱਧਰੋਂ ਡੋਰ ਤੋੜੀ, ਇੱਧਰੋਂ ਡੋਰ ਤੋੜੀ, ਕੋਈ ਤੁਹਾਡੇ ਕੋਲ ਕੁਝ ਮੀਟਰ ਡੋਰ ਆ ਗਈ, ਤੁਸੀਂ ਗਿੱਠ ਕਰਨੀ ਸ਼ੁਰੂ ਕਰਦੇ ਨੇ, ਉਹ ਗਿੱਠਾਂ ਦੀਆਂ ਇਕੱਠੀਆਂ ਹੋ ਜਾਣੀਆਂ, ਫਿਰ ਅਗਲੇ ਦਿਨ ਸੁਬਾਹ ਤੁਸੀਂ ਨਾ ਉਹ ਗਿੱਠਾਂ ਦੀ ਪਿੰਨੀ ਕਰਾਣੀ, ਉਹ 10 ਰੰਗੀ ਪਿੰਗੀ, ਉਹ ਵਿੱਚ ਪਤਲੀ ਹਲਕੀ ਡੋਰ। ਉਹਦਾ ਮਾਸਾ ਨੁਕਸਾਨ ਸਭ ਤੋਂ ਵੱਡਾ ਕੀ ਹੁੰਦਾ ਸੀ, ਉਹ ਤੇ ਗੁੱਡੀ ਲਾਣੀ ਨਾ ਤੇ ਲੋ ਹੀ ਜਾਣੀ। ਉਹਦੀ ਵਜ੍ਹਾ ਕੀ ਹੈ ਕਿ ਵਿੱਚ ਕੋਈ ਹਲਕੀ ਡੋਰ ਲੱਗੀ ਹੈ, ਕੋਈ ਭਾਰੀ ਲੱਗੀ ਹੈ, ਫਿਰ ਗੰਢ ਜਿੱਥੇ ਲੱਗੀ ਹੈ ਉਹ ਅਕਸਰ ਜਦੋਂ ਗੁੱਡੀ ਬੋ ਹੋ ਜਾਂਦੀ ਨਾ, ਬੜਾ ਨੁਕਸਾਨ ਆ, ਜੇ ਡੋਰ ਵਾਪਸ ਖਿੱਚਣੀ ਨਾ ਤੇ ਉਹ ਗੰਢ ਤੋਂ ਬੋ ਹੋ ਜਾਂਦੀ। ਮੈਂ ਕਹਿੰਦਾ ਜ਼ਿੰਦਗੀ ਗੰਢ ਨਹੀਂ ਹੋਣੀ ਚਾਹੀਦੀ ਯਾਰ। ਅੱਜ ਬੇਟੇ ਤੂੰ ਕਿਹੜੀਆਂ ਗੱਲਾਂ ਕਰ ਰਹੇ ਹੈ, ਉਹ ਪੁੱਤਰ ਉਹ ਤੈਨੂੰ ਕਿਹੜੀ ਤਕਲੀਫ ਹੈ? ਤਸੱਵੁਰ ਤੇਰੇ ਅੰਦਰ ਅੱਛੀ ਸੀ ਖਤਮ ਕਰਨਾ ਰੋਣਾ तो शायद जो बसंत का स्पेशल गाना बसंत भाई दिल हुआ वो काटा। पतंगबाज सजना से पतंगबाज बलमा से आंखों आंखों में उलझी डो लगा पेचा तो मच गया शोर। अच्छा ढोला डिंग डांग डिंग डांग डिंग डांग डिंग डांग धड़दम के दिल हुआ वो काटा, के दिल हुआ वो काटा। ਇਹਦੀ ਵਰਡਿੰਗ ਕਿੰਨੀ ਖੂਬਸੂਰਤ ਸੀ। ਔਰ ਲਾਸਟ ਤੇ ਗੱਲ ਕਰਾਂਗੇ ਪਾਕਿਸਤਾਨ ਗਵਰਨਮੈਂਟ ਨੂੰ ਕਿ ਪੂਰੀ ਦੁਨੀਆ ਦੇ ਜਿਹੜੇ ਫੈਸਟੀਵਲ ਨੇ, ਬ੍ਰਾਜ਼ੀਲ 'ਚ ਫੈਸਟੀਵਲ ਹੁੰਦਾ ਹੈ, ਸਪੇਨ 'ਚ ਫੈਸਟੀਵਲ ਹੁੰਦੇ ਨੇ, ਜਾਣਾ ਵੀ ਜਾਂਦੀਆਂ ਨੇ, ਲੇਕਿਨ ਉਹ ਸਾਰੇ ਪ੍ਰੀਕਾਸ਼ਨਰੀ ਮੈਜਰਸ ਕਰਦੇ ਨੇ, ਸੇਫਟੀ ਮੈਜਰਸ ਕਰਦੇ ਨੇ। ਤੇ ਸਾਡੀ ਗਵਰਨਮੈਂਟ ਅੱਜ ਚੁੱਕ ਲੈਂਦੀ ਹੈ ਕਿ ਉਹ ਜੀ ਕਾਤਲ ਡੋਰ ਅਗਰ ਥੋੜੀ ਆ ਗਈ, ਤੁਸੀਂ ਉੱਤੇ ਡੰਡਾ ਫੇਰੋ, ਉਹ ਬੰਦਿਆਂ ਤੇ ਬੰਦ ਕਰੋ, ਪ੍ਰੋਡਕਸ਼ਨ ਬੰਦ ਕਰੇ, ਪੁਲਿਸ ਉਹ ਐਕਟਿਵ ਕਰੇ, ਤੇ ਤੁਸੀਂ ਇੱਕ ਦਿਨ ਦਾ ਇਵੈਂਟ ਰੱਖ ਲਓ। ਇੱਕ ਦਿਨ ਅਗਰ ਤੁਸੀਂ ਆਏ ਦਿਨ ਤੁਸੀਂ ਮੋਟਰਸਾਈਕਲ ਡਬਲ ਸਵਾਰੀ ਪਾਬੰਦੀ ਲਾ ਦਿੰਦੇ ਹੋ, ਮੋਟਰਸਾਈਕਲਾਂ ਦੀ ਪਾਬੰਦੀ ਲਾ ਦਿੰਦੇ ਹੋ। ਮਸਲਨ ਅਕਸਰ ਈਵੈਂਟਸ ਆਉਂਦੇ ਨੇ
ਤੇ ਤੁਸੀਂ ਇੱਕ ਬਸੰਤ ਵਾਸਤੇ ਹੀ ਇੱਕ ਦਿਨ ਦੀ ਮੋਟਰਸਾਈਕਲ ਤੇ ਪਾਬੰਦੀ ਲਾ ਦਿਓ, ਆਵਾਮ ਪਬਲਿਕ ਟਰਾਂਸਪੋਰਟ ਇਸਤੇਮਾਲ ਨਹੀਂ ਨਾਰਮਲੀ ਵੈਸੇ ਇਮਰਾਨ ਸਾਹਿਬ ਛੁੱਟੀ ਵਾਲੇ ਦਿਨ ਹੁੰਦੀ ਸੀ, ਇੰਨੀ ਟ੍ਰੈਫਿਕ ਵੱਧਦੀ ਸੀ, ਲੇਕਿਨ ਉਹਦੇ ਵਿੱਚ ਗਵਰਨਮੈਂਟ ਦਾ ਤੇ ਕਰਨਾ ਚਾਹੀਦਾ। ਬਾਕੀ ਇਮਰਾਨ ਸਾਹਿਬ ਆਵਾਮ ਨੂੰ ਵੀ ਥੋੜਾ ਜਿਹਾ ਖਿਆਲ ਕਰਨਾ ਚਾਹੀਦਾ ਨਾ, ਆਵਾਮ ਨਹੀਂ ਖਿਆਲ ਕਰਦੀ ਨਾ, ਤੇ ਉਹਦੀ ਵਜ੍ਹਾ ਨਾਲ ਦੇਖੋ ਫਿਰ ਇਹਨਾਂ ਦੀਆਂ ਚੀਜ਼ਾਂ ਜ਼ਬਤ ਹੋ ਜਾਂਦੀਆਂ। ਯਾਦ ਹੈ ਮਾਸਮ ਮੈਂ ਕਰਾਚੀ ਜੌਬ ਕਰਦਾ ਸੀ ਰੋਡਾਈ ਏਜੰਸੀ ਪ੍ਰੈਸਟੀਜ ਤੇ ਉਦੋਂ ਸਪੈਸ਼ਲ ਕਰਾਚੀ ਫਲਾਈਟ ਹੈ, ਹਾਏ ਹਾਏ 737 ਬੋਇੰਗ ਆਇਆ ਵੱਡਾ ਤੇ ਫੁੱਲ ਲੋਡਡ, ਉਹ ਕਿ ਲੋਕਾਂ ਦਾ ਬੱਸ ਨਹੀਂ ਚੱਲਿਆ, ਖੜੇ ਹੋ ਕੇ ਚਲੇ ਜਾਈਏ। ਬਸੰਤ ਅਗਲੇ ਦਿਨ ਲਾਹੌਰ ਸੀ ਤੇ ਉਹ ਨਾਈਟ ਉੱਥੋਂ ਉਹ ਕਿਆ ਇਵੈਂਟ ਹੁੰਦਾ ਕਿਉਂਕਿ ਲਾਹੌਰ ਦਾ ਉਦੋਂ ਮੌਸਮ ਬੜਾ ਮਜ਼ੇਦਾਰ ਹੋਇਆ, ਲੋਕੀ ਇੱਦਾਂ ਭੁੱਲ ਗਏ ਸਨ। ਬਸੰਤ ਵੱਡਾ ਤਿਉਹਾਰ ਹੋ ਗਿਆ। ਹੁਣ ਕੋਸ਼ਿਸ਼ ਉਮੀਦ ਹੈ ਕਿ ਪਾਕਿਸਤਾਨ ਦੀ ਗਵਰਨਮੈਂਟ ਇਮਰਾਨ ਖਾਨ ਸਾਹਿਬ, ਗੁਜ਼ਾਰ ਸਾਹਿਬ ਇਹ ਕੋਈ ਤੇ ਅਮਲ ਕਰਨ, ਬੜੀ ਸਾਡੀ ਕੀ ਕਹਿੰਦੇ ਨੇ ਇੱਕ ਈਵੈਂਟ ਸੀ ਪੂਰੀ ਦੁਨੀਆ 'ਚ, ਇਹਦੇ ਨਾਲ ਰੈਵਨਿਊ ਬੜਾ ਪੂਰੀ ਦੁਨੀਆ 'ਚ ਰੈਵਨਿਊ ਇਕੱਠਾ ਹੁੰਦਾ ਸੀ। ਫਿਰ ਉਹ ਜਿਹੜੇ ਲੋਕ ਜਿਹਨਾਂ ਦਾ ਪੇਸ਼ਾ ਸੀ ਗੁੱਡੀਆਂ ਬਣਾਉਣਾ, ਡੋਰਾ ਬਣਾਉਣਾ, ਉਹ ਵੀ ਇੰਡਸਟਰੀ ਨੂੰ ਦੁੱਖ ਹੁੰਦਾ, ਅਫਸੋਸ ਹੁੰਦਾ ਹੈ। पुलिस और काम कर दी नहीं, एक काम करेगी जी, आज हमने 3 तंग फरोशियों को गिरफ्तार कर ली, वो यानी वो जो खेल सी वो एक जुर्म बन गया। जुर्म है। अच्छा नाज़रीन, अपना बहुत ख्याल रखना, उम्मीद है मजलिस पसंद आया होगा। इंशाल्लाह ताला दोबारा मुलाकात होगी अगले हफ्ते। अल्लाह हाफिज़।